ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਅਪਾਰ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ। ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਜੋ ਅੱਜ ਸਤਿਗੁਰਾਂ ਨੇ ਸਾਨੂੰ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ ਹਨ, ਆਓ ਸਤਿਗੁਰੂ ਜੀ ਹੀ ਮੱਤ ਬਖਸ਼ਿਸ਼ ਕਰਕੇ ਪਵਿੱਤਰ ਹੁਕਮਨਾਮੇ ਦੀ ਵਿਚਾਰ ਦੇ ਨਾਲ ਸਾਨੂੰ ਜੋੜ ਲੈਣ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਸਤਿਗੁਰਾਂ ਦਾ ਧਿਆਨ ਧਰਦੇ ਹੋਏ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨਾ ਕਰੀਏ। ਗੱਜ ਵੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਜੀਆਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 788 ਤੇ ਸੁਭਾਏਮਾਨ ਰਾਗ ਸੂਹੀ ਦੇ ਵਿੱਚ ਸਤਿਗੁਰੂ ਜੀ ਸੂਹੀ ਰਾਗ ਦੀ ਵਾਰ ਦੇ ਵਿੱਚੋਂ ਸਾਨੂੰ ਬਖਸ਼ਿਸ਼ ਕਰਦੇ ਹੋਏ ਫਰਮਾਉਂਦੇ ਹਨ। ਸ਼ਲੋਕ ਮਹੱਲਾ ਪਹਿਲਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਬਖਸ਼ਿਸ਼ ਕਰਦੇ ਹਨ। ਵਾਹ ਖਸਮ ਤੋਂ ਵਾਹ ਜਿਨ ਰਚ ਰਚਨਾ ਹਮ ਕੀਏ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਉਹ ਵਾਹਿਗੁਰੂ ਪਰਮਾਤਮਾ, ਹੇ ਖਸਮ ਤੂੰ ਧੰਨ ਹੈ, ਤੂੰ ਧੰਨ ਹੈ ਵਾਹਿਗੁਰੂ ਜੋ ਜਗਤ ਨੂੰ ਰਚਨਹਾਰ ਹੈ, ਜਿਨਨੇ ਇਹ ਸਾਰੀ ਵਨਸਪਤੀ ਜੀਵ ਜੰਤੂ ਸਾਰਾ ਕੁਛ ਉਸ ਅਕਾਲ ਪੁਰਖ ਨੇ ਹੀ ਪੈਦਾ ਕੀਤਾ ਹੈ। ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜੋ ਸਮੁੰਦਰ ਹੈ, ਸਾਗਰ ਹੈ, ਉਹਦੀ ਰਚਨਾ ਹੈ। ਇਹ ਵੀ ਸਮੁੰਦਰ ਦੇ ਜੋ ਵਿੱਚ ਲਹਿਰਾਂ ਬਣਦੀਆਂ ਹਨ ਜਦੋਂ ਪਾਣੀ ਚੱਲਦਾ, ਇਹ ਵੀ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਬਣਦੀਆਂ ਹਨ। ਤਲਾਬ, ਹਰੀਆਂ ਵੇਲਾਂ, ਜਿਹੜੀ ਵਰਖਾ ਹੁੰਦੀ ਹੈ, ਬੱਦਲ ਹੈ, ਮੰਨ ਲਓ ਕਿ ਜੋ ਵੀ ਅਸੀਂ ਇਸ ਅੱਖਾਂ ਦੇ ਰਾਹੀਂ ਵੇਖ ਰਹੇ ਹਾਂ, ਇਹ ਸਾਰੀ ਹੀ ਰਚਨਾ ਉਸ ਅਕਾਲ ਪੁਰਖ ਦੀ ਹੈ। ਆਪ ਖੜੋਵ ਹੈ ਆਪ ਕਰ ਆਪੀਣੈ ਆਪਾਹੋ। ਸਤਿਗੁਰੂ ਵਾਹਿਗੁਰੂ ਜੀ ਨੇ ਆਪ ਹੀ ਕਿਰਪਾ ਕੀਤੀ ਹੈ ਤੇ ਇਹ ਸਾਰਾ ਕੁਝ ਪੈਦਾ ਕੀਤਾ ਹੈ। ਤੇ ਫਿਰ ਵੇਖੋ, ਸਭ ਤੋਂ ਵੱਡੀ ਗੱਲ, ਸਤਿਗੁਰੂ ਵਿੱਚ ਆਪ ਹੀ ਵਿਆਪਕ ਹੈ, ਕਿਉਂਕਿ ਉਹ ਨਿਰਲੇਪ ਹੈ। ਸਤਿਗੁਰੂ ਆਪ ਹੀ ਹਰ ਥਾਂ ਤੇ ਵਰਤ ਰਿਹਾ ਹੈ। ਗੁਰਮੁਖ ਸੇਵਾ ਥਾਏ ਭਵੈ ਉਨ ਮਨ ਤਤ ਕਮਾਹੋ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਉਤਸ਼ਾਹ ਦੇ ਨਾਲ, ਦਿਲ ਤੋਂ ਪਿਆਰ ਦੇ ਨਾਲ ਨਾਮ ਦੀ ਕਮਾਈ ਕਰਦੇ ਹਨ, ਜਿਹੜੇ ਗੁਰਸਿੱਖ ਬਾਣੀ ਪੜ੍ਹਦੇ ਹਨ, ਆਪਣਾ ਮਨ ਗੁਰੂ ਦੇ ਚਰਨਾਂ ਦੇ ਨਾਲ ਜੋੜਦੇ ਹਨ, ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਉਤਸ਼ਾਹ ਦੇ ਨਾਲ ਨਾਮ ਦੀ ਕਮਾਈ ਕਰਦੇ ਹਨ, ਐਸੇ ਗੁਰਸਿੱਖਾਂ ਦੀ ਮਿਹਨਤ ਕਬੂਲ ਹੁੰਦੀ ਹੈ। ਐਸੇ ਗੁਰਸਿੱਖਾਂ ਦੀ ਅਰਦਾਸ ਗੁਰੂ ਦੇ ਦਰ ਦੇ ਉੱਤੇ ਕਬੂਲ ਹੁੰਦੀ ਹੈ। ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ। ਵੇਖੋ ਸਤਿਗੁਰੂ ਜੀ ਕਿੱਡੀਆਂ ਬਖਸ਼ਿਸ਼ਾਂ ਕਰਦੇ ਹਨ, ਸਾਨੂੰ ਸਮਝਾਉਂਦੇ ਹਨ ਕਿ ਉਹ ਵਾਹਿਗੁਰੂ ਦੀ ਜਿਹੜੀ ਬੰਦਗੀ ਕਰਦੇ ਹਨ ਨਾ, ਜਿਹੜੀ ਘਾਲ ਕਮਾਈ ਕਰਦੇ ਹਨ ਆਪਣੇ ਖਸਮ ਵਾਹਿਗੁਰੂ ਦੇ, ਤੇ ਸਤਿਗੁਰੂ ਜੀ ਦੇ ਦਰ ਤੋਂ ਹੀ ਸਾਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ ਹਨ। ਤੇ ਜਿਹੜੇ ਉਹਦੇ ਚਰਨਾਂ ਦਾ ਧਿਆਨ ਧਰ ਕੇ ਉਹਦੇ ਆਪਣੇ ਖਸਮ ਦੇ ਕੋਲੋਂ ਤਰਲਾ ਲੈਂਦੇ ਹਨ, ਉਹ ਬੰਦਗੀ ਦੀ ਘਾਲ ਘਾਲ ਕੇ, ਹੇ ਖਸਮ ਵਾਹਿਗੁਰੂ ਦੇ, ਤੇਰੇ ਦਰ ਤੋਂ ਮੰਗ ਮੰਗ ਕੇ ਮਨਜ਼ੂਰੀਆਂ ਲੈਂਦੇ ਹਨ। ਕੋਈ ਵੀ ਕੰਮ ਕਰਨਾ ਹੋਵੇ, ਗੁਰਸਿੱਖ ਸਤਿਗੁਰਾਂ ਦੇ ਹੁਕਮ ਤੋਂ ਬਿਨਾਂ ਨਹੀਂ ਕਰਦੇ, ਉਹਦੇ ਭੈ ਭਾਵਨੇ ਦੇ ਵਿੱਚ ਰਹਿੰਦਿਆਂ ਹੋਇਆਂ ਕਰਦੇ ਹਨ। ਨਾਨਕ ਪੁਰ ਦਰ ਵੇ ਪਰਵਾਹ ਤੋ ਦਰ ਊਣਾ ਨਾਹੀ ਕੋ ਸੱਚਾ ਵੇ ਪਰਵਾਹ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਨਾਨਕ,
ਇਹ ਬੇਪਰਵਾਹ ਵਾਹਿਗੁਰੂ ਜਿਹੜਾ ਪ੍ਰਭੂ ਸਾਡਾ ਖਸਮ ਹੈ ਨਾ, ਉਹਦੇ ਐਸੇ ਦਰ ਦੀਆਂ ਬਰਕਤਾਂ ਦੇ ਨਾਲ ਉਹਦਾ ਦਰ ਭਰਿਆ ਹੋਇਆ ਹੈ ਕਿ ਕੋਈ ਵੀ ਜੀਵ ਸਤਿਗੁਰੂ ਦੇ ਦਰ ਦੇ ਉੱਤੇ ਜਾ ਕੇ ਨਿਮਾਣਾ ਹੋ ਕੇ ਤਨ ਮਨ ਤਨ ਨਾਲ ਅਰਦਾਸ ਕਰਕੇ ਮੰਗ ਲਵੇ, ਸਤਿਗੁਰੂ ਜੀ ਖਾਲੀ ਨਹੀਂ ਮੋੜਦੇ। ਕੋਈ ਵੀ ਜੀਵ ਤੇਰੇ ਦਰ ਤੇ ਆ ਕੇ ਖਾਲੀ ਨਹੀਂ ਗਿਆ, ਪਰ ਲੋੜ ਹੈ ਸਾਨੂੰ ਭਾਵਨਾ ਟਿਕਾਉਣ ਦੀ, ਸਾਨੂੰ ਆਪਣੇ ਵਾਹਿਗੁਰੂ ਪਤੀ ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖ ਕੇ ਅਰਦਾਸ ਕਰਨ ਦੀ। ਤੇ ਉਹ ਐਸਾ ਸਤਿਗੁਰੂ ਬੇਮੁਹਤਾਜ ਹੈ, ਸਿੱਖਾਂ ਦੀ ਅਰਦਾਸ ਕਬੂਲ ਕਰਦਾ, ਸੇਵਕਾਂ ਦੀ ਅਰਦਾਸ ਕਬੂਲ ਕਰਦਾ, ਆਪਣੇ ਬੱਚਿਆਂ ਦੀ ਅਰਦਾਸ ਕਬੂਲ ਕਰ ਲੈਂਦਾ ਹੈ। ਮਹੱਲਾ ਪਹਿਲਾ। ਫਿਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਦੇ ਵਿੱਚੋਂ ਬਖਸ਼ਿਸ਼ ਕਰਦੇ ਹਨ, ਸਾਨੂੰ ਸਮਝਾਉਂਦੇ ਹਨ ਕਿ ਹੇ ਭਾਈ ਅਜੇ ਵੀ ਸਮਝ ਲਾ। ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਨ। ਵੇਖੋ ਸਤਿਗੁਰੂ ਜੀ ਕਿੱਡੀ ਵਧੀਆ ਬਖਸ਼ਿਸ਼ ਕਰਦੇ, ਕਿਉਂਕਿ ਸਾਰੀ ਹੀ ਗੁਰਬਾਣੀ ਇੰਨੀ ਅਥਾਹ ਵਧੀਆ ਹੈ ਕਿ ਸਾਨੂੰ ਸਾਡੀ ਮੱਤ ਨਹੀਂ ਜਾਂਦੀ ਕਿ ਅਸੀਂ ਸਮਝ ਸਕੀਏ, ਅਸੀਂ ਵਿਚਾਰ ਸਕੀਏ, ਅਸੀਂ ਪੜ੍ਹ ਸਕੀਏ। ਐਸੇ ਸਤਿਗੁਰਾਂ ਦੇ ਸਾਨੂੰ ਅਨਮੋਲ ਖਜ਼ਾਨੇ ਬਖਸ਼ਿਸ਼ ਕੀਤੇ ਹੋਏ ਹਨ। ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਨ। ਉੱਜਲ ਤੋਂ ਭਾਵ ਚਿੱਟੇ ਸਾਫ਼, ਮੋਤੀ ਤੋਂ ਭਾਵ ਦੰਦ, ਰਤਨਾ ਤੋਂ ਭਾਵ ਅੱਖਾਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਭਾਈ ਜੋ ਤੈਨੂੰ ਸਰੀਰ ਸੋਹਣਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਚਿੱਟੇ ਮੋਤੀਆਂ ਦੀ ਤਰ੍ਹਾਂ ਦੰਦ ਬਖਸ਼ਿਸ਼ ਕੀਤੇ ਹਨ, ਹੀਰਿਆਂ ਦੀ ਤਰ੍ਹਾਂ, ਜਵਾਹਰ ਲਾਲਾਂ ਦੀ ਤਰ੍ਹਾਂ ਤੈਨੂੰ ਅੱਖਾਂ ਸੋਭ ਬਖਸ਼ਿਸ਼ ਕੀਤੀਆਂ ਹਨ। ਇਹਨਾਂ ਦਾ ਤੇ ਅਸੀਂ ਮੁੱਲ ਹੀ ਨਹੀਂ ਦੇ ਸਕਦੇ ਸਾਧ ਸੰਗਤ ਜੀ। ਤੇ ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਹਨ ਕਿ ਇੰਨੀਆਂ ਤੈਨੂੰ ਅਨਮੋਲ ਚੀਜ਼ਾਂ ਬਖਸ਼ਿਸ਼ ਕੀਤੀਆਂ ਹਨ। ਤਿੰਨ ਜਰ ਵੈਰੀ ਨਾਨਕਾ ਜੇ ਡੁੱਬੇ ਥੀਏ ਮਰਨ। ਕਹਿੰਦੇ ਕਿ ਇਹਨਾਂ ਦਾ ਵੀ ਬੜਾ ਵੱਡਾ ਵੈਰੀ ਹੈ ਇੱਕ। ਦੇਖੋ ਜਵਾਨੀ ਦੇ ਵਿੱਚ ਤੇ ਹਰ ਇੱਕ ਇਨਸਾਨ ਆਪਣੇ ਆਪ ਨੂੰ ਸਵਾਰ ਕੇ ਰੱਖਦਾ ਹੈ, ਤੇ ਜਦੋਂ ਜੋਬਨ ਹੁੰਦਾ ਹੈ ਤਾਂ ਐਟੋਮੈਟਿਕ ਹੀ ਸਾਡੀ ਚਮੜੀ ਸਾਰਾ ਕੁਝ ਠੀਕ ਹੁੰਦਾ ਹੈ, ਦੰਦ ਚਮਕਦੇ ਹਨ, ਅੱਖਾਂ ਦੀ ਰੋਸ਼ਨੀ ਸਹੀ ਹੈ, ਅਸੀਂ ਦੇਖਦਾ ਹਾਂ। ਤੇ ਇਹਦਾ ਵੈਰੀ ਕੀ ਹੋਇਆ, ਜਦੋਂ ਹੀ ਸਰੀਰ ਦੇ ਉੱਤੇ ਬੁਢਾਪਾ ਆ ਗਿਆ। ਤਿੰਨ ਜਰ ਵੈਰੀ ਨਾਨਕਾ, ਜਰ ਤੋਂ ਭਾਵ ਬੁਢਾਪਾ, ਸਰੀਰ ਨੂੰ ਬੁਢਾਪਾ ਆਣ ਕੇ ਲੱਗ ਗਿਆ। ਤੇ ਫਿਰ ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਜਦੋਂ ਬੁਢੇਪਾ ਵੈਰੀ ਤੇਰੇ ਸਰੀਰ ਨੂੰ ਆਣ ਕੇ ਲੱਗ ਗਿਆ, ਤੇਰੀ ਉਮਰ ਢਲ ਗਈ, ਫਿਰ ਇਹ ਨਾਸ ਹੋ ਜਾਂਦੇ ਹਨ। ਕਿਉਂਕਿ ਜਦੋਂ ਬੁਢੇਪਾ ਉਮਰ ਢਲਣ ਲੱਗ ਪਈ, ਦੰਦ ਸਰੀਰ ਦੇ ਵਿੱਚੋਂ ਝੜਨ ਲੱਗ ਪਏ, ਅੱਖਾਂ ਦੀ ਰੋਸ਼ਨੀ ਘਟਣ ਲੱਗ ਪਈ, ਫਿਰ ਕਹਿੰਦੇ ਕਿ ਇਹ ਵੀ ਸਰੀਰ ਨਾਸ਼ ਹੋਣ ਲੱਗ ਪੈਂਦਾ ਹੈ। ਪੌੜੀ। ਸਤਿਗੁਰੂ ਜੀ ਪੌੜੀ ਦੇ ਵਿੱਚ ਕੀ ਬਖਸ਼ਿਸ਼ ਕਰਦੇ ਹਨ, ਹਰ ਸਾਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ। ਹੇ ਭਾਈ, ਇਹ ਜੋ ਤੈਨੂੰ ਤਨ ਮਨ ਤੇ ਧਨ ਸਤਿਗੁਰਾਂ ਨੇ ਹੀ ਬਖਸ਼ਿਸ਼ ਕੀਤਾ ਹੈ, ਤੇ ਤੂੰ ਇਹਨੂੰ ਗੁਰੂ ਦੇ ਹਵਾਲੇ ਹੀ ਕਰ ਦੇ। ਕਿਉਂਕਿ ਜੇ ਇਹਨੂੰ ਤੂੰ ਕਾਬੂ ਦੇ ਵਿੱਚ ਰੱਖਣਾ ਹੈ ਨਾ, ਆਪਣੇ ਮਨ ਨੂੰ, ਆਪਣੇ ਤਨ ਨੂੰ, ਆਪਣੇ ਸਰੀਰ ਨੂੰ ਸਵਸਥ ਪਾਉਣਾ ਚਾਹੁੰਦਾ ਹੈ, ਤੇ ਗੁਰੂ ਦੀ ਸਿਫਤ ਸਲਾਹ ਕਰ, ਗੁਰੂ ਦੀ ਬਾਣੀ ਪੜ੍ਹ, ਗੁਰੂ ਦੀ ਦੱਸੀ ਹੋਈ ਮਰਿਆਦਾ ਨੂੰ ਅਪਣਾ, ਅੰਮ੍ਰਿਤ ਵੇਲਾ ਸੰਭਾਲ, ਜਿੰਨਾ ਵੀ ਸਮਾਂ ਹੋ ਸਕੇ ਗੁਰੂ ਦੇ ਨਾਮ ਨੂੰ ਧਿਆਉਣਾ ਕਰ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਹਰ ਸਾਲਾਹੀ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰ, ਉਹਦੀ ਬਾਣੀ ਨੂੰ ਗਾ, ਸ਼ਬਦ ਗੁਰੂ ਨੂੰ ਓਟ ਆਸਰਾ ਲੈ, ਸ਼ਬਦ ਗੁਰੂ ਨੂੰ ਆਪਣਾ ਸੱਚਾ ਪਿਤਾ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਕੇ ਬਾਣੀ ਪੜ੍ਹ। ਗੁਰ ਸ਼ਬਦੀ ਸੱਚ ਪਾਇਆ, ਸੱਚਾ ਗਹਿਰ ਗੰਭੀਰ। ਜਿਸ ਮਨੁੱਖ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ, ਮਹਾਰਾਜ ਜੀਆਂ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ, ਜੋ ਸਿਮਰਦਾ ਹੈ ਗੁਰੂ ਨੂੰ, ਵਾਹਿਗੁਰੂ ਦੇ ਸਿਮਰਨ ਦੇ ਵਿੱਚ ਮਨ ਲਾਉਂਦਾ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਫਿਰ ਅਥਾਹ ਸਮੁੰਦਰ ਸਤਿਗੁਰੂ ਨਾ, ਇੰਨੀ ਡੂੰਘਿਆਈ ਵਾਲੇ, ਵੱਡੇ ਦਿਲ ਵਾਲੇ, ਇੰਨੇ ਹਾਜ਼ਰ ਨਾਜ਼ਰ ਗੁਰੂ ਸਾਹਿਬ ਜੀ ਨਾ, ਫਿਰ ਸੇਵਕ ਦੇ ਆਪ ਮਿਲ ਪੈਂਦੇ ਹਨ, ਉਹਦੇ ਦਿਲ ਦੇ ਵਿੱਚ ਪੈਦਾ ਹੋ ਜਾਂਦੇ ਹਨ। ਸਤਿਗੁਰੂ ਜੀ ਕਿਰਪਾ ਹੀ ਕਰਨ ਤੇ ਅਜਿਹੀਆਂ ਬਖਸ਼ਿਸ਼ਾਂ ਹੁੰਦੀਆਂ ਹਨ। ਮਨ ਤਨ ਹਿਰਦੈ ਰਵ ਰਹਿਆ, ਹਰ ਹੀਰਾ ਹੀਰ। ਵੇਖੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਉਸ ਦੇ ਮਨ ਤੇ ਤਨ ਦੇ ਵਿੱਚ ਕੀ
ਹੀਰਿਆਂ ਦਾ ਹੀਰਾ ਜਿਹੜਾ ਜਵਾਹਰ ਲਾਲ ਨਾਮ ਹੈ ਨਾ, ਉਹ ਸਤਿਗੁਰੂ ਜੀ ਕਹਿੰਦੇ ਕਿ ਪ੍ਰਭੂ ਸਦਾ ਹੀ ਵਸਦਾ ਰਹਿੰਦਾ ਹੈ। ਕਿਉਂਕਿ ਇਹ ਦੁਨਿਆਵੀ ਹੀਰਿਆਂ ਦੀ ਤੇ ਸਾਧ ਸੰਗਤ ਜੀ ਕੀਮਤ ਇੱਥੇ ਹੈ, ਜਿਹੜਾ ਨਾਮ ਦਾ ਹੀਰਾ ਹੈ ਨਾ, ਨਾਮ ਰੂਪੀ ਹੀਰਾ ਹੈ ਨਾ, ਉਹਨੇ ਇਸ ਲੋਕ ਵਿੱਚ ਵੀ ਸਹਾਈ ਹੋਣਾ ਹੈ, ਪਰਲੋਕ ਵਿੱਚ ਵੀ ਸਹਾਈ ਹੋਣਾ ਹੈ। ਉਹ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਜਿਹੜਾ ਹੀਰਿਆਂ ਦਾ ਹੀਰਾ ਨਾਮ ਹੈ ਨਾ, ਉਹ ਸਾਡੇ ਜਦੋਂ ਸਰੀਰ ਦੇ ਵਿੱਚ ਵਸ ਗਿਆ, ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਸਾਡੇ ਹਿਰਦੇ ਦੇ ਵਿੱਚ ਨਾਮ ਚੱਲਣ ਲੱਗ ਪਿਆ, ਸਾਡੇ ਤਨ ਮਨ ਤਨ ਤੋਂ ਅਸੀਂ ਗੁਰੂ ਨੂੰ ਧਿਆਉਣ ਲੱਗ ਪਏ, ਨਾਮ ਨੂੰ ਸਿਮਰਨ ਲੱਗ ਪਏ, ਬਾਣੀ ਨੂੰ ਪੜ੍ਹਨ ਲੱਗ ਪਏ। ਜਨਮ ਮਰਨ ਕਾ ਦੁੱਖ ਗਿਆ, ਫਿਰ ਪਵੈ ਨਾ ਫੀਰ। ਜਦੋਂ ਨਾਮ ਦੀ ਬਖਸ਼ਿਸ਼ ਹੋ ਗਈ, ਅਸੀਂ ਹਿਰਦੇ ਤੋਂ ਵਾਹਿਗੁਰੂ ਦੇ ਨਾਮ ਨੂੰ ਧਿਆਉਣ ਲੱਗ ਪਏ, ਸਾਡੇ ਹਿਰਦੇ ਦੇ ਵਿੱਚ ਵਸ ਗਿਆ ਹੀਰਿਆਂ ਦਾ ਹੀਰਾ ਨਾਮ। ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਿਸ ਮਨੁੱਖ ਦੇ ਉੱਤੇ ਐਸੀ ਕਿਰਪਾ ਹੋ ਜਾਂਦੀ ਹੈ, ਉਹ ਜਨਮ ਮਰਨ ਦੇ ਦੁੱਖ ਕੱਟੇ ਜਾਂਦੇ ਹਨ। ਉਹਦਾ ਫਿਰ ਇਸ ਸੰਸਾਰ ਦੇ ਉੱਤੇ ਲਾਸਟ ਹੀ ਗੇੜਾ ਹੁੰਦਾ, ਉਹਨੂੰ 84 ਲੱਖ ਜੂਨਾਂ ਦੇ ਵਿੱਚ ਦੀ ਨਹੀਂ ਲੰਘਣਾ ਪੈਂਦਾ। ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ। ਅਖੀਰ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਨੂੰ ਰਚਨਹਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਨਾਨਕ, ਤੂੰ ਵੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਗੁਣਾਂ ਦਾ ਮਾਲਕ ਹੈ, ਜੋ ਵੱਡੇ ਦਿਲ ਵਾਲਾ ਗਹਿਰ ਗੰਭੀਰ ਹੈ, ਜੋ ਹਰ ਥਾਂ ਤੇ ਵਿਆਪਕ ਹੈ, ਜਿਨੇ ਸਾਰੀ ਸ੍ਰਿਸ਼ਟੀ ਵਨਸਪਤੀ ਸਮੁੰਦਰ ਅਥਾਹ ਸਾਰਾ ਕੁਝ ਸਾਜੇ ਹਨ। ਜੇ ਹਰ ਥਾਂ ਤੇ ਉਹ ਵਿਆਪਕ ਹੈ, ਇੱਕ ਖਿੰਨ ਵੀ ਸਤਿਗੁਰੂ ਜੀ ਆਪਣੇ ਸਿੱਖਾਂ ਤੋਂ, ਆਪਣੇ ਪਿਆਰਿਆਂ ਤੋਂ, ਆਪਣੇ ਭਗਤ ਜਨਾਂ ਤੋਂ ਦੂਰ ਨਹੀਂ ਹੁੰਦੇ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਵੀ ਭੈ ਭਾਵਨੀ ਦੇ ਵਿੱਚ ਰਹਿੰਦਿਆਂ ਹੋਇਆਂ ਸਤਿਗੁਰੂ ਜੀ ਸਾਨੂੰ ਅਜਿਹੀ ਮੱਤ ਬਖਸ਼ਿਸ਼ ਕਰਨ ਕਿ ਅਸੀਂ ਬਾਣੀ ਪੜ੍ਹ ਸਕੀਏ, ਸਿਮਰਨ ਕਰ ਸਕੀਏ, ਬਚੇ ਸਮੇਂ ਦੇ ਵਿੱਚੋਂ ਸਮਾਂ ਕੱਢਦੇ ਹੋਏ ਅਸੀਂ ਸੇਵਾ ਕਰ ਸਕੀਏ। ਇਹ ਸਤਿਗੁਰੂ ਜੀ ਹੀ ਕਿਰਪਾ ਕਰਨ ਸਾਧ ਸੰਗਤ ਜੀ, ਤਾਂ ਫਿਰ ਹੀ ਹੋ ਸਕਦਾ ਹੈ। ਜੇ ਮਨੁੱਖ ਕਹੇ ਕਿ ਮੈਂ ਕਰਦਾ, ਤੇ ਅਸੀਂ ਬੜੇ ਵੱਡੇ ਮੂਰਖ ਹਾਂ, ਆਪਣੇ ਅੰਦਰ ਹੰਕਾਰ ਪਾਲੀ ਫਿਰਦੇ ਹਾਂ। ਸੋ ਸਤਿਗੁਰੂ ਜੀ ਕਿਰਪਾ ਕਰਨ, ਜਿੰਨੀ ਵੀ ਮੱਤ ਬਖਸ਼ਿਸ਼ ਕੀਤੀ ਹੈ, ਨਿਮਾਣੇ ਜਿਹੇ ਦਾਸ ਕੋਲੋਂ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਜੀ ਅਤੇ ਪਿਆਰੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਅਗਾਂਹ ਤੋਂ ਅਸੀਸ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।